ਅੱਜ ਦੁਨੀਆ ਦਾ ਕੋਈ ਵੀ ਐਸਾ ਮੁਲਕ ਨਹੀਂ ਜਿੱਥੇ ਸਿੱਖ ਕੌਮ ਨਹੀਂ ਵਸਦੀ। ਜਿੱਥੇ ਵੀ ਸਿੱਖ ਗਏ ਉੱਥੇ ਜਾ ਕੇ ਵੱਡੇ ਬਿਜ਼ਨਸ ਤਾਂ ਸੈੱਟ ਕੀਤੇ ਹੀ ਕੀਤੇ, ਪਰ ਆਪਣੇ ਗੁਰੂ ਵੱਲੋਂ ਬਖਸ਼ੀਆਂ ਹੋਈਆਂ ਕੁਆਲਿਟੀਆਂ ਵੀ ਨਾਲ ਲੈ ਕੇ ਗਏ। ਸੇਵਾ ਭਾਵਨਾ, ਬਲੀਦਾਨ ਜਾਂ ਫਿਰ ਪਰਉਪਕਾਰ ਕਰਨਾ, ਇਹ ਸਾਰਾ ਕੁਝ ਨਾਲ ਲੈ ਕੇ ਗਏ ਆ। ਗੱਲ ਕੈਲੀਫੋਰਨੀਆ ਦੇ ਜੰਗਲਾਂ 'ਚ ਲੱਗੀ ਅੱਗ ਦੀ ਹੋਵੇ, ਜਦੋਂ ਸਿੱਖਾਂ ਨੇ ਆਪਣੇ ਘਰਾਂ ਦੇ ਅਤੇ ਗੁਰੂ ਘਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਕਿ ਆਓ ਇੱਥੇ ਰਹੋ, ਇੱਥੇ ਸ਼ੈਲਟਰ ਲਾਓ ਜਦੋਂ ਤੱਕ ਸਾਰਾ ਕੁਝ ਠੀਕ ਨਹੀਂ ਹੋ ਜਾਂਦਾ। ਗੱਲ ਕੋਵਿਡ ਦੇ ਦਿਨਾਂ ਦੀ ਕਰੀਏ ਤਾਂ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਕੈਦ ਹੋ ਗਏ ਸੀ, ਉੱਥੇ ਸਿੱਖ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਫਿਰ ਕੇ ਲੰਗਰ ਵਰਤਾ ਰਹੇ ਸੀ, ਦਵਾਈਆਂ ਵਰਤਾ ਰਹੇ ਸੀ। ਗੱਲ ਯੂਕਰੇਨ ਰਸ਼ੀਆ ਲੜਾਈ ਦੀ ਕਰੀਏ ਤਾਂ ਉੱਥੇ ਵੀ ਸਿੱਖਾਂ ਨੇ ਕੈਂਪ ਲਾਏ ਹੋਏ ਆ। ਸੀਰੀਆ ਅਫਗਾਨਿਸਤਾਨ ਦੇ ਵਿੱਚ ਵੀ ਜਦੋਂ ਇਹ ਲੜਾਈਆਂ ਹੋਈਆਂ, ਜੰਗਾਂ ਚੱਲੀਆਂ, ਤਾਂ ਉੱਥੇ ਵੀ ਸਿੱਖਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸੇਵਾ ਭਾਵਨਾ ਦੇ ਨਾਲ ਸੇਵਾ ਕੀਤੀ। ਗੱਲ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੀ ਕਰ ਲਈਏ, ਜਿੱਥੇ ਡਿਜ਼ਾਸਟਰ ਆਏ, ਹੜ੍ਹ ਆਏ, ਤੂਫਾਨ ਆਏ, ਉੱਥੇ ਵੀ ਸਿੱਖਾਂ ਨੇ ਪਹੁੰਚ ਕੇ ਜਿਹੜੀਆਂ ਨੇ ਸੇਵਾਵਾਂ ਕੀਤੀਆਂ। ਲੋਕਾਂ ਦੀਆਂ ਉਹਨਾਂ ਨੂੰ ਅੰਨ, ਫੂਡ, ਜੋ ਸਾਰਾ ਕੁਝ ਜੋ ਚਾਹੀਦਾ ਸੀ ਉਹ ਦਿੱਤਾ। ਸੋ ਅੱਜ ਜੇ ਗੱਲ ਇੰਗਲੈਂਡ ਦੀ ਕਰੀਏ ਤਾਂ ਇੱਥੇ ਵੀ ਇੰਗਲੈਂਡ ਦੀ ਗਵਰਨਮੈਂਟ ਸਮੇਤ ਇੱਥੋਂ ਦੇ ਲੋਕਲ ਲੋਕ ਵੀ ਸਿੱਖਾਂ ਦਾ ਲੋਹਾ ਮੰਨਦੇ ਨੇ। ਸਮੇਂ-ਸਮੇਂ ਦੇ ਉੱਤੇ ਸਿੱਖ ਜਿਹੜੇ ਨੇ ਇਸ ਗੱਲ ਦਾ ਪ੍ਰੂਫ ਕਰਦੇ ਰਹਿੰਦੇ ਨੇ ਕਿ ਅਸੀਂ ਸਿੱਖ ਹਾਂ, ਆਪਣੇ ਗੁਰੂ ਦੇ ਸਿੱਖ ਹਾਂ, ਇੱਕ ਨਿਆਰੇ ਹਾਂ। ਸੋ ਗੱਲ ਅੱਜ ਕਰਨ ਲੱਗਿਆ ਜੋ ਜੀ, ਬਹੁਤ ਤੁਹਾਨੂੰ ਵੀ ਮਾਣ ਹੋਏਗਾ ਸੁਣ ਕੇ, ਇੰਗਲੈਂਡ ਦੇ ਲੰਡਨ ਸ਼ਹਿਰ ਨੂੰ ਕੌਣ ਨਹੀਂ ਜਾਣਦਾ। ਲੰਡਨ ਸ਼ਹਿਰ ਜਿੱਥੇ ਦੁਨੀਆ ਦੇ ਵਿੱਚ ਮਸ਼ਹੂਰ ਹੈ, ਸੋਹਣਾ ਸ਼ਹਿਰ ਹੈ, ਉੱਥੇ ਮਹਿੰਗਾ ਸ਼ਹਿਰ ਵੀ ਮੰਨਿਆ ਜਾਂਦਾ ਹੈ। ਸੋ ਲੰਡਨ ਦੇ ਲੋਕ ਬਹੁਤ ਸਾਰੇ ਟੈਕਸ ਪੇ ਕਰਦੇ ਨੇ। ਆਲਰੇਡੀ ਆਪਾਂ ਦੇਖਿਆ ਜਾਵੇ ਤਾਂ ਬਹੁਤ ਸਾਰੇ ਟੈਕਸ ਨੇ, ਬੜਾ ਮਹਿੰਗਾ ਸ਼ਹਿਰ ਹੈਗਾ। ਸੋ ਸੈਂਟਰਲ ਲੰਡਨ ਦੇ ਵਿੱਚ ਇੱਕ ਟੈਕਸ ਲੱਗਦਾ ਸੀ, ਜਿਹੜੇ ਵਹੀਕਲ ਆਉਂਦੇ ਸੀ ਸ਼ਹਿਰ ਦੇ ਵਿੱਚ ਤਾਂ ਉਹਨਾਂ ਨੂੰ ਟੈਕਸ ਪੇ ਕਰਨਾ ਪੈਂਦਾ ਸੀ। ਇੱਕ ਤੋਂ ਬਾਅਦ ਇਹ ਟੈਕਸ 2 ਹੋ ਗਏ ਕਿ ਸੈਂਟਰਲ ਲੰਡਨ ਦੇ ਵਿੱਚ ਆਉਣ ਵਾਲੀਆਂ ਕਾਰਾਂ ਮੁੱਖ ਤੌਰ ਦੇ ਉੱਤੇ 2 ਟੈਕਸ ਪੇ ਕਰਿਆ ਕਰਨਗੀਆਂ। ਸੋ ਹੁਣ ਜਿਹੜਾ ਦੂਸਰਾ ਟੈਕਸ ਹੈ, ਯੂਲੈਜ ਜਿਹਨੂੰ ਨਾਮ ਦਿੱਤਾ ਗਿਆ, ਅਲਟਰਾ ਲੋ ਐਮਿਸ਼ਨ ਜ਼ੋਨ, ਇਸ ਦੀ ਫੁੱਲ ਫਾਰਮ ਹੈਗੀ ਆ। ਸੋ ਇਹਦਾ ਹੁਣ ਏਰੀਆ ਐਕਸਪੈਂਡ ਕੀਤਾ ਜਾ ਰਿਹਾ। ਮਤਲਬ ਕਿ ਪਹਿਲਾਂ ਸੈਂਟਰਲ ਲੰਡਨ ਸੀ, ਹੁਣ ਉਹ ਇਲਾਕੇ ਵੀ ਆ ਰਹੇ ਨੇ ਜਿੱਥੇ 2 ਲੱਖ ਤੋਂ ਵੱਧ ਪੰਜਾਬੀ ਵਸਦੇ ਨੇ। ਸੋ ਉਹ 2 ਲੱਖ ਪੰਜਾਬੀ ਵੀ ਇਸ ਟੈਕਸ ਦੀ ਮਾਰ ਹੇਠਾਂ ਆ ਰਿਹਾ, ਕਿਉਂਕਿ ਜਦੋਂ ਸਾਊਥ ਹਾਲ, ਹੇਜ਼ ਵਰਗੇ ਏਰੀਏ ਇਸ ਟੈਕਸ ਦੇ ਵਿੱਚ ਆ ਗਏ ਤਾਂ ਫਿਰ ਲੋਕ ਹਰ ਇੱਕ ਜਿਹੜਾ ਗੱਡੀ ਉੱਥੇ ਆਉਣ ਵਾਲੀ, ਹਰ ਕਾਰ ਆਉਣ ਵਾਲੀ, ਵੈਨ ਆਉਣ ਵਾਲੀ ਹੈ, ਉਹ ਟੈਕਸ ਪੇ ਕਰਿਆ ਕਰੂਗੀ। ਜੇ ਗੱਲ ਸਾਊਥ ਹਾਲ ਦੀ ਕਰੀਏ ਤਾਂ ਇੰਗਲੈਂਡ ਹੀ ਨਹੀਂ, ਯੂਰਪ ਦੇ ਵਿੱਚੋਂ ਵੀ ਸਾਡੇ ਪੰਜਾਬੀ ਉੱਥੇ ਆਉਂਦੇ ਨੇ, ਕਿਉਂਕਿ ਸਾਊਥ ਹਾਲ ਪੰਜਾਬੀਆਂ ਦਾ ਗੜ੍ਹ ਹੈ। ਉੱਥੇ ਸਾਡੇ ਵੱਡੇ ਗੁਰਦੁਆਰੇ ਵੀ ਨੇ। ਸੋ ਜੇਕਰ ਸਾਊਥ ਹਾਲ ਦਾ ਏਰੀਆ ਵੀ ਯੂਲੈਚ ਦੀ ਮਾਰ ਹੇਠ ਆ ਜਾਂਦਾ ਹੈ ਤਾਂ ਉੱਥੇ ਵੀ ਟੈਕਸ ਲੱਗਿਆ ਕਰੂਗਾ। ਸੋ ਇਸ ਗੱਲਾਂ ਨੂੰ ਦੇਖਦਿਆਂ ਹੋਇਆਂ ਜਿੱਥੇ ਪੂਰੇ ਇਹ ਲੰਡਨ ਦੇ ਲੋਕ ਜਿਹੜੇ ਨੇ ਉਹ ਰੋਸ ਪ੍ਰਗਟ ਕਰ ਰਹੇ ਨੇ, ਆਪਣੇ ਤੌਰ ਦੇ ਉੱਤੇ ਕੋਈ ਸੋਸ਼ਲ ਮੀਡੀਆ ਤੇ ਲਿਖ ਰਿਹਾ, ਕੋਈ ਪੇਜ ਬਣਾ ਰਿਹਾ, ਕੋਈ ਗਰੁੱਪ ਬਣਾ ਰਿਹਾ, ਜਾਂ ਫਿਰ ਹਾਰਨ ਵਜਾ ਕੇ ਇਸ ਗੱਲ ਦਾ ਵਿਰੋਧ ਕਰ ਰਿਹਾ ਕਿ ਯੂਲੈਚ ਦਾ ਏਰੀਆ ਐਕਸਪੈਂਡ ਨਹੀਂ ਹੋਣਾ ਚਾਹੀਦਾ, ਉੱਥੇ ਸਿੱਖ ਕੌਮ ਆਪਣੇ ਤਰੀਕੇ ਨਾਲ ਰਿਐਕਟ ਕਰ ਰਹੀ ਹੈ। ਸੋ ਸਿੱਖਾਂ ਦੇ ਵਿੱਚੋਂ ਇੱਕ ਪ੍ਰੋਮੀਨੈਂਟ ਇੱਕ ਸਿੱਖ ਸਕਾਲਰ ਜਿਨ੍ਹਾਂ ਦਾ ਨਾਮ ਸਰਦਾਰ ਪ੍ਰਭਦੀਪ ਸਿੰਘ ਹੈ, ਉਹਨਾਂ ਨੇ ਸੋਚਿਆ ਕਿ ਕਿਸੇ ਵੱਖਰੇ ਤਰੀਕੇ ਦੇ ਨਾਲ ਸਰਕਾਰ ਦੇ ਕੰਨਾਂ ਤੱਕ ਇਹ ਗੱਲ ਪਹੁੰਚਾਈ ਜਾਵੇ, ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਵੱਖਰੇ ਤਰੀਕੇ ਦੇ ਨਾਲ। ਸੋ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਭੁੱਖ ਹੜਤਾਲ ਰੱਖਣ ਦਾ ਐਲਾਨ ਕਰ ਦਿੱਤਾ। 7 ਦਿਨਾਂ ਦੀ ਕਹਿੰਦੇ ਇਹ ਭੁੱਖ ਹੜਤਾਲ ਮੈਂ ਰੱਖਾਂਗਾ। ਜਿਸ ਦਿਨ ਪਹਿਲੇ ਦਿਨ ਸ਼ੁਰੂਆਤ ਕੀਤੀ ਗਈ ਤਾਂ ਅੜਚਨਾ ਵੀ ਆਈਆਂ, ਉਹਨਾਂ ਨੂੰ ਕੌਂਸਲ ਵੱਲੋਂ, ਪੁਲਿਸ ਵੱਲੋਂ ਉਠਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਕਿ ਨਹੀਂ, ਤੁਸੀਂ ਇੱਥੇ ਨਹੀਂ ਬੈਠ ਸਕਦੇ। ਸੋ ਸਿੱਖ ਪੱਕੇ ਇਰਾਦੇ ਦੇ ਨਾਲ ਭੁੱਖ ਹੜਤਾਲ ਸ਼ੁਰੂ ਕਰ ਦਿੰਦੇ ਆ, ਯਾਨੀ ਕਿ ਸਰਦਾਰ ਪ੍ਰਭਦੀਪ ਸਿੰਘ। ਸੋ ਸੈਕੰਡ ਡੇ ਹੁੰਦਾ ਹੈ, ਥਰਡ ਡੇ ਹੁੰਦਾ ਹੈ, ਅੱਜ ਤਕਰੀਬਨ 5 ਦਿਨ ਹੋ ਗਏ ਨੇ ਉਹਨਾਂ ਨੂੰ ਭੁੱਖ ਹੜਤਾਲ ਦੇ ਉੱਤੇ, ਤੇ ਉਹਦਾ ਜਿਹੜਾ ਰਿਸਪੌਂਸ ਰਿਹਾ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਮਿਲਿਆ। ਕਿਉਂਕਿ ਮੈਂ ਜਿਵੇਂ ਪਹਿਲਾਂ ਕਿਹਾ ਕਿ ਲੋਕ ਆਪਣੇ ਤਰੀਕੇ ਨਾਲ ਰੋਸ ਪ੍ਰਗਟ ਕਰ ਰਹੇ ਸੀ ਕਿ ਇਹ ਟੈਕਸ ਨਹੀਂ ਲੱਗਣਾ ਚਾਹੀਦਾ, ਲੋਕਾਂ ਨਾਲ ਧੱਕਾ ਹੈ। ਸੋ ਪਹਿਲਾਂ ਹੀ ਅਸੀਂ ਰਿਸੈਸ਼ਨ ਦੇ ਸਮੇਂ ਚੋਂ ਗੁਜ਼ਰ ਰਹੇ ਹਾਂ, ਸੋ ਨਹੀਂ ਹੋਣਾ ਚਾਹੀਦਾ। ਪਰ ਪ੍ਰਭਦੀਪ ਸਿੰਘ ਹੋਰਾਂ ਨੇ ਭੁੱਖ ਹੜਤਾਲ ਦਾ ਐਲਾਨ ਕਰਕੇ ਲੋਕਾਂ ਨੂੰ ਸੋਚੀ ਪਾ ਦਿੱਤਾ। ਮੇਅਰ ਦਾ ਵੀ ਰਿਐਕਸ਼ਨ ਉਹਦੇ ਉੱਤੇ ਆ ਗਿਆ, ਲੰਡਨ ਦੇ ਮੇਅਰ ਸਾਦਿਕ ਖਾਨ ਹੋਰਾਂ ਦਾ ਰਿਐਕਸ਼ਨ ਵੀ ਆ ਗਿਆ। ਉਹਨਾਂ ਨੇ ਕਿਹਾ ਕਿ ਪ੍ਰਭਦੀਪ ਸਿੰਘ ਹੋਰਾਂ ਨੂੰ ਭੁੱਖ ਹੜਤਾਲ ਖਤਮ ਕਰ ਦੇਣੀ ਚਾਹੀਦੀ ਹੈ। ਸੋ ਜਿੱਥੇ ਇਹ ਸਾਰਾ ਕੁਝ ਹੋਇਆ, ਉੱਥੇ ਇੰਟਰਨੈਸ਼ਨਲ ਟੀਵੀ ਚੈਨਲ ਜਿਹੜੇ ਨੇ ਉਹ ਲਗਾਤਾਰ ਪ੍ਰਭਦੀਪ ਸਿੰਘ ਹੋਰਾਂ ਦੀ ਇੰਟਰਵਿਊਜ਼ ਕਰ ਰਹੇ ਨੇ ਕਿ ਆਖਰ ਤੁਸੀਂ ਭੁੱਖ ਹੜਤਾਲ ਕਿਉਂ ਰੱਖੀ ਹੈ। ਇੱਥੇ ਮੈਂ ਤੁਹਾਨੂੰ ਦੱਸ ਦਵਾਂ ਇੱਕ ਹੋਰ ਇੰਟਰਸਟਿੰਗ ਗੱਲ ਕਿ ਪਿਛਲੇ ਸਾਲ ਵੀ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ 1 ਹਫ਼ਤੇ ਦੀ ਭੁੱਖ ਹੜਤਾਲ ਰੱਖ ਕੇ ਲੰਡਨ ਦੇ ਤੇ ਇੰਗਲੈਂਡ ਦੇ ਲੋਕਾਂ ਲਈ ਇਹ ਬਲੀਦਾਨ ਵੀ ਕੀਤਾ, ਇਹ ਕੁਰਬਾਨੀ ਕੀਤੀ ਕਿ ਅਸੀਂ ਤੁਹਾਡੇ ਨਾਲ ਆ, ਅਸੀਂ ਵੀ ਤੁਹਾਡੇ ਵਿੱਚੋਂ ਆ, ਪਰ ਤੁਹਾਡੇ ਨਾਲ ਵੀ ਆ, ਅਸੀਂ ਜਿੱਥੇ ਤੁਹਾਨੂੰ ਲੋੜ ਹੋਏਗੀ ਤਾਂ ਸਿੱਖ ਮੋਢੀ ਹੋ ਕੇ ਲੜਨਗੇ। ਸੋ ਇਸ ਵਾਰ ਜਦੋਂ ਇਹ ਭੁੱਖ ਹੜਤਾਲ ਸ਼ੁਰੂ ਹੁੰਦੀ ਹੈ, ਪਹਿਲੇ ਦਿਨ ਟੀਵੀ ਚੈਨਲ ਆਉਂਦੇ ਨੇ, ਦੂਜੇ ਦਿਨ ਆਉਂਦੇ ਆ ਨੈਸ਼ਨਲ ਚੈਨਲ ਆਉਂਦੇ ਨੇ ਇੰਗਲੈਂਡ ਦੇ, ਜਿਹਦੇ ਵਿੱਚੋਂ ITV ਜਾਂ ਫਿਰ ਹੋਰ ਜਿਹੜੇ ਬਹੁਤ ਸਾਰੇ ਜਿਹੜੇ ਚੈਨਲ ਸੀ ਉਹ ਆਉਂਦੇ ਰਹੇ।
ਫਿਰ ਉਹ ਸਮਾਂ ਆ ਗਿਆ ਜਦੋਂ ਤੀਜੇ ਦਿਨ ਇਹ ਖਬਰ ਪੂਰੀ ਦੁਨੀਆ 'ਚ ਫੈਲਦੀ ਹੈ ਤਾਂ ਫਿਰ ਇੰਟਰਨੈਸ਼ਨਲ ਚੈਨਲ ਆਉਣੇ ਸ਼ੁਰੂ ਹੋ ਗਏ, ਜਿਹਦੇ ਵਿੱਚੋਂ ਆਬੂ ਧਾਬੀ ਦਾ ਜਿਹੜਾ ਇੱਕ ਚੈਨਲ ਸੀ ਉਹ ਆਉਂਦਾ ਹੈ। ਉਸ ਤੋਂ ਬਾਅਦ ਅਮਰੀਕਨ ਚੈਨਲ ਆਉਂਦੇ ਆ, ਫਿਰ ਇੰਡੀਅਨ ਚੈਨਲ ਵੀ ਖਾਸ ਤੌਰ ਦੇ ਉੱਤੇ ਆਜ ਤੱਕ ਵਰਗੇ ਉਹ ਵੀ ਆ ਕੇ ਪ੍ਰਭਦੀਪ ਸਿੰਘ ਹੋਰਾਂ ਦੀ ਇੰਟਰਵਿਊ ਕਰਦੇ ਨੇ। ਸਾਨੂੰ ਵੀ ਮੌਕਾ ਮਿਲਿਆ ਪ੍ਰਾਈਡ ਪੰਜਾਬ ਟੀਵੀ ਵੱਲੋਂ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦੇ ਨਾਲ ਇੰਟਰਵਿਊ ਕੀਤੀ ਗਈ ਕਿ ਆਖਰ ਕਿਉਂ ਤੁਸੀਂ ਹੀ ਕਿਉਂ, ਮਤਲਬ ਕਿ ਆਪਾਂ ਕਹਿੰਦੇ ਆ ਵੀ ਠੀਕ ਹੈ ਸਿੱਖ ਇੱਕ ਐਸੀ ਕੌਮ ਹੈ ਜਦੋਂ ਅਰਦਾਸ ਕਰਦੀ ਹੈ ਤਾਂ ਇਹ ਪੜ੍ਹਦੀ ਹੈ ਕਿ ਰਾਜ ਕਰੇਗਾ ਖਾਲਸਾ। ਸੋ ਕੀ ਤੁਸੀਂ ਇਹ ਸਾਰਾ ਕੁਝ ਜਿਹੜਾ ਦੇਖ ਕੇ ਇਹ ਸਮਝਦੇ ਹੋ ਕਿ ਇਹ ਸੱਚ ਹੁੰਦਾ ਜਾ ਰਿਹਾ ਕਿ ਸਿੱਖਾਂ ਨੇ ਰਾਜੇ ਬਣਨਾ ਹੈ, ਰਾਜ ਕਰਨਾ ਹੈ ਆਉਂਦੇ ਸਮੇਂ ਦੇ ਵਿੱਚ? ਮਤਲਬ ਸਿੱਖਾਂ ਦੇ ਵਿੱਚ ਉਹ ਕੁਆਲਿਟੀ ਹੈ ਲੀਡ ਕਰਨ ਵਾਲੀ ਕਿ ਕਿਹਾ ਜਾਂਦਾ ਨਾ ਕਿ ਸਿੱਖ ਜਾਂ ਬਾਗੀ ਤੇ ਜਾਂ ਫਿਰ ਬਾਦਸ਼ਾਹ ਹੋ ਸਕਦਾ ਜਾਂ ਬਾਗੀ ਹੋ ਸਕਦਾ। ਸੋ ਮੈਂ ਪਹਿਲਾਂ ਵੀ ਇਹ ਗੱਲ ਕਹਿੰਦਾ ਹੁੰਦਾ ਕਿ ਸਿੱਖ ਭਵਿੱਖ ਦੇ ਰਾਜੇ ਨੇ ਤੇ ਸਿੱਖਾਂ ਨੂੰ ਦਬਾਉਣ ਦੇ ਲਈ ਪੂਰੀ ਆਪਾਂ ਕਹਿ ਲਈਏ ਸਲਤਨਤ ਪੂਰੀ ਜਿਹੜੀ ਦੁਨੀਆ ਦੇ ਵਿੱਚ ਇੱਕ ਕੰਮ ਕਰਦੀ ਹੋਈ ਜਿਹੜੀ ਇੱਕ ਐਸੀ ਤਾਕਤ ਹੈ ਜਿਹੜੀ ਦਬਾਉਣ ਤੇ ਲੱਗੀ ਹੋਈ ਹੈ, ਜਿਨ੍ਹਾਂ ਨੇ ਸਿੱਖਾਂ ਦਾ ਰਾਜ ਪਹਿਲਾਂ ਵੀ ਡਿਸਟਰੋਏ ਕੀਤਾ ਤੇ ਅੱਜ ਵੀ ਪੂਰੇ ਜ਼ੋਰਾਂ ਦੇ ਵਿੱਚ ਹੈ ਕਿ ਸਿੱਖ ਰਾਜ ਨਾ ਕਰਨ। ਜੇ ਕਰਨਗੇ ਤਾਂ ਸਾਡੀਆਂ ਪਾਲਿਸੀਆਂ ਨੂੰ ਇੱਕ ਚੁਣੌਤੀ ਹੋਏਗੀ। ਸੋ ਉਹ ਤਾਂ ਇਹ ਚਾਹੁੰਦੇ ਨੇ, ਪਰ ਸਿੱਖ ਸਮੇਂ-ਸਮੇਂ ਦੇ ਉੱਤੇ ਇਹ ਗੱਲ ਦਾ ਜਿਹੜਾ ਹੈ ਪ੍ਰਤੱਖ ਸਬੂਤ ਦਿੰਦੇ ਰਹਿੰਦੇ ਆ ਕਿ ਅਸੀਂ ਹੈਗੇ ਆ, ਜਾਗਦੇ ਆ ਤੇ ਭਵਿੱਖ ਸਾਡਾ ਹੈ। ਸੋ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੂੰ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਜਿੱਥੇ ਕਮੈਂਟਸ ਆ ਰਹੇ ਨੇ, ਮਤਲਬ ਕਿ ਵਾਈਟ ਖਾਸ ਤੌਰ ਦੇ ਉੱਤੇ ਮੈਂ ਗੱਲ ਕਰਦਾ, ਸਾਡਿਆਂ ਨੇ ਤਾਂ ਕਰਨਾ ਹੀ ਕਰਨਾ ਹੈ, ਤੇ ਹੋਰ ਜਿਹੜੇ ਵਾਈਟ ਲੋਕ ਨੇ ਉਹ ਕਿਵੇਂ ਕਮੈਂਟ ਕਰ ਰਹੇ ਨੇ, ਮੈਂ ਚਾਹੁੰਦਾ ਕਿ ਤੁਸੀਂ ਸਕਰੀਨ ਦੇ ਉੱਤੇ ਉਹ ਸਾਰੇ ਕਮੈਂਟ ਪੜ੍ਹੋ। ਮੈਂ ਪੜ੍ਹਦਾ ਪਰ ਇਹ ਬਹੁਤ ਲੰਬੀ ਹੋ ਜਾਣੀ ਸੀਗੀ ਇਹ ਸਾਰੀ ਵੀਡੀਓ, ਸੋ ਮੈਂ ਕੁਝ ਤੁਹਾਨੂੰ ਦੱਸ ਦਿੰਦਾ ਵੀ ਉਹਨਾਂ ਨੇ ਲਿਖਿਆ ਵੀ ਹਰ ਇੱਕ ਯੋਧਾ ਜਿਹੜਾ ਹੈ ਉਹ ਕੈਪ ਵਾਲਾ ਹੀ ਨਹੀਂ ਹੁੰਦਾ। ਮਤਲਬ ਇੱਥੋਂ ਦੇ ਹਿਸਾਬ ਦੇ ਨਾਲ ਉਹ ਬੋਲ ਰਹੇ ਨੇ ਕਿ ਕੋਈ ਕੈਪ ਪਾਈ ਹੋਵੇ, ਜਿੰਨੇ ਕੋਈ ਤਾਜ ਪਾਇਆ ਹੋਵੇ, ਟੋਪ ਹੈਟ ਜਿਹਨੂੰ ਆਪਾਂ ਕਹਿੰਦੇ ਆ, ਸੋ ਉਹੀ ਯੋਧੇ ਨਹੀਂ ਹੁੰਦੇ। ਅੱਜ ਸਾਨੂੰ ਪਤਾ ਲੱਗਿਆ ਕਿ ਇੱਕ ਪੱਗ ਵਾਲਾ ਵੀ ਯੋਧਾ ਹੋ ਸਕਦਾ ਹੈ। ਸੋ ਕੁਝ ਲੋਕਾਂ ਲਈ ਇਹ ਨਵਾਂ ਹੈ, ਮਤਲਬ ਕਿ ਉਹਨਾਂ ਨੂੰ ਨਹੀਂ ਪਤਾ ਸਿੱਖਾਂ ਬਾਰੇ, ਪਰ ਜਿਹੜੇ ਲੋਕ ਜਾਣਦੇ ਨੇ ਉਹ ਚੰਗੀ ਤਰ੍ਹਾਂ ਜਾਣਦੇ ਨੇ ਕਿ ਭਾਈ ਸਿੱਖ ਕੌਮ ਕੌਣ ਆ। ਜਦੋਂ ਵਰਲਡ ਵਾਰ 1 ਹੋਵੇ 2 ਹੋਵੇ ਉਹਦੇ ਵਿੱਚ ਲੜੇ ਇਹਨਾਂ ਮੁਲਕਾਂ ਵਾਸਤੇ, ਕੁਝ ਲੋਕ ਤਾਂ ਜਾਣਦੇ ਨੇ ਚੰਗੀ ਤਰ੍ਹਾਂ, ਸੋ ਕੁਝ ਅੱਜ ਜਾਣਨ ਲੱਗ ਪਏ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਤੋਂ ਵੱਡਾ ਪ੍ਰਚਾਰ ਜਿਹੜਾ ਸਿੱਖੀ ਦਾ ਨਹੀਂ ਹੋ ਸਕਦਾ, ਜਦੋਂ ਸਿੱਖ ਸਾਬਤ ਸੂਰਤ ਹੋ ਕੇ ਜੇ ਇੱਕ ਸਿੱਖੀ ਵੇਸ਼ ਭੂਸ਼ਾ ਦੇ ਵਿੱਚ ਜਦੋਂ ਇਹਨਾਂ ਲੋਕਾਂ ਵਾਸਤੇ ਅੱਗੇ ਹੋ ਕੇ ਲੜਦੇ ਨੇ ਤਾਂ ਫਿਰ ਇਹ ਲੋਕ ਜਿਹੜੇ ਨੇ ਦੇਖਦੇ ਨੇ ਕਿ ਭਾਈ ਹਾਂ ਇਹ ਨੇ ਜਿਨ੍ਹਾਂ ਦੇ ਵਿੱਚ ਇੱਕ ਵੱਖਰੀ ਕੁਆਲਿਟੀ ਹੈ, ਨਿਆਰਾਪਨ ਹੈ। ਨਹੀਂ ਤੇ ਆਮ ਲੋਕ ਸੋਚਣ ਕਿ ਭਾਈ ਸਾਨੂੰ ਕੀ ਲੈਣਾ ਦੇਣਾ, ਅਸੀਂ ਕਿਉਂ ਭੁੱਖੇ ਬੈਠੇ ਰਹੀਏ 3 ਦਿਨ। ਪਰ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਨੇ ਇਹ ਨਹੀਂ ਸੋਚਿਆ, ਉਹਨਾਂ ਨੇ ਬਿਨਾਂ ਮਤਲਬ ਕਿਸੇ ਗੱਲਬਾਤ ਤੋਂ ਕੋਈ ਨਾ ਇੱਧਰ ਦੀ ਨਾ ਉੱਧਰ ਦੀ ਉਹ ਭੁੱਖ ਹੜਤਾਲ ਸ਼ੁਰੂ ਕਰ ਦਿੰਦੇ ਨੇ। ਤੇ ਇਹਦੇ ਵਿੱਚ ਹੀ ਇਸ ਭੁੱਖ ਹੜਤਾਲ ਦੇ ਦਿਨਾਂ ਦੇ ਵਿੱਚ ਹੀ ਪ੍ਰਭਦੀਪ ਸਿੰਘ ਹੋਰਾਂ ਦੇ ਬੇਟੇ ਦਾ ਜਨਮ ਦਿਨ ਵੀ ਸੀ, ਜਿਹਨੂੰ ਮਨਾਉਣ ਦੇ ਲਈ, ਜਿਹਨੂੰ ਸੈਲੀਬ੍ਰੇਟ ਕਰਨ ਦੇ ਲਈ ਉਹ ਚਾਹੁੰਦੇ ਸੀ ਕਿ ਉਹ ਘਰ ਹੁੰਦੇ। ਪਰ ਜਦੋਂ ਇਹ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਤਾਂ ਉਹਨਾਂ ਨੇ ਇੱਥੋਂ ਤੱਕ ਆਪਣੇ ਬੱਚੇ ਦਾ ਜਨਮ ਦਿਨ ਜਿਹੜਾ ਉਹ ਸੈਲੀਬ੍ਰੇਟ ਨਹੀਂ ਕੀਤਾ ਕਿ ਨਹੀਂ, ਹੁਣ ਜਿਹੜਾ ਇਰਾਦਾ ਕਰ ਲਿਆ ਉਹ ਕਰ ਲਿਆ। ਸੋ ਇਹ ਕਮੈਂਟਸ ਜਿਹੜੇ ਤੁਸੀਂ ਦੇਖ ਰਹੇ ਹੋ, ਸੋ ਇਹ ਇਥੋਂ ਪਤਾ ਲੱਗਦਾ ਕਿ ਕਿੰਨਾ ਪ੍ਰਚਾਰ ਦੇ ਵੱਖ-ਵੱਖ ਤਰੀਕੇ ਨੇ। ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਆਹ ਕਰੋ ਆਹ ਨਾ ਕਰੋ, ਜਿੱਥੇ ਵੀ ਤੁਸੀਂ ਕਰ ਰਹੇ ਹੋ ਉਹ ਕਰੋ। ਜੇ ਤੁਸੀਂ ਭਾਰਤ ਦੇ ਵਿੱਚ ਕਰ ਰਹੇ ਹੋ, ਪੰਜਾਬ 'ਚ ਕਰ ਰਹੇ ਹੋ, ਅਮਰੀਕਾ ਦੀ ਧਰਤੀ ਤੇ ਬੈਠੇ ਹੋਏ ਹੋ, ਸੋ ਅਲੱਗ-ਅਲੱਗ ਤਰੀਕੇ ਹੁੰਦੇ ਨੇ। ਜਿੱਥੇ ਵੀ ਤੁਸੀਂ ਬਹਿਨੇ ਹੋ, ਫਿੱਟ ਬਹਿਨੇ ਹੋ, ਉੱਥੇ ਇਹ ਜ਼ਰੂਰ ਤੁਹਾਨੂੰ ਕਰਨਾ ਚਾਹੀਦਾ। ਸੋ ਅੱਜ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਦਾ ਲੋਹਾ ਜਿਹੜਾ ਹੈ ਉਹ ਸਾਰੇ ਮੰਨ ਰਹੇ ਨੇ ਤੇ ਅੱਜ ਉਹਨਾਂ ਨੂੰ ਸ਼ਾਬਾਸ਼ ਮਿਲ ਰਹੀ ਹੈ ਪੂਰੀ ਦੁਨੀਆ ਦੇ ਵਿੱਚੋਂ। ਕੁਝ ਕਮੈਂਟਸ ਇਸ ਤਰ੍ਹਾਂ ਦੇ ਵੀ ਆਏ ਕਿ ਮੈਂ ਅੱਜ ਤੁਹਾਡੇ ਵੱਲ ਆ ਰਿਹਾ, ਕੋਈ ਲਿਖ ਰਿਹਾ ਕਿ ਮੈਂ ਤੁਹਾਡੇ ਵੱਲ ਅੱਜ ਆ ਰਿਹਾ, ਤੁਹਾਨੂੰ ਕਿਸੇ ਚੀਜ਼ ਦੀ ਲੋੜ ਆ ਤੇ ਦੱਸੋ ਤੇ ਮੈਂ ਆਉਂਦੀ ਵਾਰੀ ਲੈ ਆਉਂਗਾ। ਸੋ ਇਦਾਂ ਮੈਂ ਜਦੋਂ ਉੱਥੇ ਬੈਠਾ ਹੋਇਆ ਸੀ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆ ਕੇ ਸਲੂਟ ਕਰ ਰਹੇ ਸੀ, ਸਲੂਟ ਯੂ ਮਿਸਟਰ ਸਿੰਘ, ਮਤਲਬ ਕਿ ਬਹੁਤ ਸਾਰੀਆਂ ਤਾਰੀਫਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਸੀ। ਬਹੁਤ ਲੋਕ ਆ ਰਹੇ ਸੀ ਵੀ ਇਹ ਕੌਣ ਨੇ, ਇਹ ਨਵਾਂ ਹੀ ਕੰਮ ਤੁਸੀਂ ਕਰ ਦਿੱਤਾ ਹੈ ਨਾ। ਕਈ ਲੋਕਾਂ ਵਾਸਤੇ ਚੀਜ਼ਾਂ ਵੀ ਨਵੀਆਂ ਕਿ ਭੁੱਖ ਹੜਤਾਲ ਵੀ ਰੱਖੀ ਜਾਂਦੀ ਹੈ, ਹੰਗਰ ਸਟ੍ਰਾਈਕ ਵੀ ਰੱਖੀ ਜਾਂਦੀ ਹੈ ਜਦੋਂ ਆਪਣੀ ਗੱਲ ਮਨਵਾਉਣੀ ਹੋਵੇ। ਸੋ ਇਹ ਹੁਣ ਬਹਿਸ ਛਿੜ ਚੁੱਕੀ ਹੈ ਯੂਐਚ ਦੇ ਮਾਮਲੇ ਦੇ ਉੱਤੇ, ਭੁੱਖ ਹੜਤਾਲ ਰੱਖਣ ਤੋਂ ਬਾਅਦ ਕਿ ਹੁਣ ਲੱਗਣਾ ਹੈ ਜਾਂ ਨਹੀਂ। ਸੋ ਇਹਦੇ ਉੱਤੇ ਹੁਣ ਵਿਚਾਰ ਹੋਏਗਾ ਕਿਉਂਕਿ ਲੋਕ ਜਾਗਰੂਕ ਹੋਏ ਆ। ਲੋਕ ਇਹ ਸੋਚਦੇ ਨੇ ਕਿ ਭਾਈ ਇੱਕ ਸਿੱਖ ਜੇ ਸਾਡੇ ਲਈ ਭੁੱਖ ਹੜਤਾਲ ਰੱਖ ਸਕਦਾ ਤੇ ਅਸੀਂ ਵੀ ਕਿਉਂ ਨਾ ਉੱਠ ਕੇ ਬਾਹਰ ਆਈਏ, ਆਪਣੇ ਘਰਾਂ ਤੋਂ ਇਸ ਟੈਕਸ ਦਾ ਵਿਰੋਧ ਕਰੀਏ। ਸੋ ਇਹ ਪ੍ਰਭਦੀਪ ਸਿੰਘ ਹੋਰਾਂ ਨੇ ਸ਼ੁਰੂਆਤ ਕਰ ਦਿੱਤੀ ਹੈ। ਕਮੈਂਟਸ ਤੁਸੀਂ ਸਾਰੇ ਦੇਖ ਰਹੇ ਹੋ ਜੋ ਸਾਡੇ ਤੱਕ ਪਹੁੰਚੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਨੇ, ਵੱਖ-ਵੱਖ ਸਾਰੇ ਟੀਵੀਜ਼ ਚੈਨਲ ਵੱਲੋਂ ਉਹਨਾਂ ਦੀ ਇੰਟਰਵਿਊ ਕੀਤੀ ਗਈ, ਉਹ ਵੀ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਜਾ ਕੇ ਦੇਖ ਸਕਦੇ ਹੋ, ਟੀਵੀਆਂ ਦੇ ਉੱਤੇ ਦੇਖ ਸਕਦੇ ਹੋ। ਸੋ ਇਹ ਇੱਕ ਬਹੁਤ ਵੱਡੇ ਪ੍ਰਚਾਰ ਦਾ ਇੱਕ ਸਾਧਨ ਵੀ ਬਣਿਆ ਤੇ ਇੱਕ ਲੋਕਾਂ ਦੇ ਵਿੱਚ ਵੀ ਇਸ ਗੱਲ ਦੀ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ
9/11 ਦੇ ਹਮਲੇ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਖਾਸ ਤੌਰ ਤੇ ਅਮਰੀਕਾ ਵਰਗੇ ਮੁਲਕਾਂ ਦੇ ਵਿੱਚ ਸਿੱਖਾਂ ਤੇ ਅਟੈਕ ਹੋਣੇ ਸ਼ੁਰੂ ਹੋ ਗਏ ਸੀ ਕਿ ਸ਼ਾਇਦ ਇਹੀ ਨੇ ਅਟੈਕ ਕਰਨ ਵਾਲੇ। ਲੋਕਾਂ ਦੇ ਵਿੱਚ ਇੱਕ ਆਇਡੈਂਟੀਟੀ ਦੀ ਜਿਹੜੀ ਮਿਸਟੇਕ ਸੀ ਜਾਂ ਉਹਨਾਂ ਨੂੰ ਲੱਗਦਾ ਸੀ ਕਿ ਇਹ ਉਹੋ ਹੀ ਲੋਕ ਨੇ। ਸੋ ਇਹੋ ਜਿਹੇ ਜਦੋਂ ਕਾਰਨਾਮੇ ਹੁੰਦੇ ਨੇ, ਜਦੋਂ ਸਰਦਾਰ ਪ੍ਰਭਦੀਪ ਸਿੰਘ ਹੋਰਾਂ ਵੱਲੋਂ ਲੋਕ ਜਿਹੜੇ ਨੇ ਐਸੇ ਕਾਰਨਾਮੇ ਕਰਦੇ ਆ, ਤਾਂ ਫਿਰ ਲੋਕਾਂ ਨੂੰ ਪਤਾ ਲੱਗਦਾ ਕਿ ਨਹੀਂ, ਇਹਨਾਂ ਦੀ ਆਇਡੈਂਟੀਟੀ ਇਹ ਹੈ, ਇਹ ਸਿੱਖ ਨੇ ਜਾਂ ਉਹ ਨੇ। ਮਤਲਬ ਉਹ ਸਾਰਾ ਕੁਝ ਜਿਹੜਾ ਹੈ ਕਲੀਅਰ ਹੁੰਦਾ ਹੈ। ਸੋ ਬਹੁਤ ਅਸੀਂ ਉਹਨਾਂ ਨੂੰ ਆਉਂਦੇ 2-3 ਦਿਨ ਹੋਰ ਉਹ ਭੁੱਖ ਹੜਤਾਲ ਦੇ ਉੱਤੇ ਨੇ, ਉਹਦੇ ਲਈ ਵੀ ਉਹਨਾਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਆ ਪ੍ਰਾਈਡ ਪੰਜਾਬ ਟੀਵੀ ਦੀ ਟੀਮ ਵੱਲੋਂ। ਤੇ ਤੁਹਾਨੂੰ ਵੀ ਬੇਨਤੀ ਕਰਦੇ ਆ ਕਿ ਪ੍ਰਭਦੀਪ ਸਿੰਘ ਹੋਰਾਂ ਦਾ ਸਾਥ ਦਿਓ, ਚਾਹੇ ਸੋਸ਼ਲ ਮੀਡੀਆ ਤੇ ਹੋਵੇ, ਚਾਹੇ ਉੱਥੇ ਜਾ ਕੇ ਤੁਸੀਂ ਆਪਣੀਆਂ ਹਾਜ਼ਰੀਆਂ ਲਵਾਓ, ਜਾਂ ਫਿਰ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਉਹਨਾਂ ਦਾ ਸਾਥ ਦੇ ਸਕਦੇ ਹੋ, ਦਿਓ, ਤਾਂ ਕਿ ਇਸ ਟੈਕਸ ਦੇ ਵਿਰੋਧ ਦੇ ਵਿੱਚ ਜਿਹੜਾ ਇੱਕ ਲਹਿਰ ਖੜੀ ਕੀਤੀ ਜਾ ਸਕੇ। ਬਹੁਤ ਧੰਨਵਾਦ।